ਸਤਿ ਸ਼੍ਰੀ ਅਕਾਲ ਜੀ। ਵੌਇਸ ਆਫ ਇੰਡੀਆ ਮੀਡੀਆ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਦਾ, ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਵਰਿੰਦਰ ਭਿੰਡਰ ਤੇ ਮੇਰੇ ਨਾਲ ਅੱਜ ਫਿਰ ਹਮੇਸ਼ਾ ਦੀ ਤਰ੍ਹਾਂ ਨਾਲ ਨੇ ਸਰਦਾਰ ਐਮਪੀ ਸਿੰਘ ਜੀ। ਐਮਪੀ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਭਿੰਡਰ ਸਾਹਿਬ, ਸ਼ੁਕਰੀਆ। ਅਸੀਂ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਨਾਲ ਰੂਬਰੂ ਹੁੰਦੇ ਰਹਿੰਦੇ ਹਾਂ ਕਿਸਾਨ ਅੰਦੋਲਨ ਦੀਆਂ ਅਪਡੇਟਸ ਲੈ ਕੇ। ਅੱਜ ਫਿਰ ਅਸੀਂ ਉਸੇ ਹੀ ਮੁੱਦੇ ਨੂੰ, ਉਸੇ ਹੀ ਘਟਨਾਵਾਂ ਨੂੰ, ਉਸੇ ਹੀ ਅਪਡੇਟਸ ਨੂੰ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਹਾਂ। ਐਮਪੀ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ ਪਿਛਲੇ ਕੁਝ ਘੰਟਿਆਂ ਦੌਰਾਨ ਕਾਫੀ ਜਿਹੜੀ ਉਤਲ-ਪੁਤਲ ਸਾਹਮਣੇ ਆਈ ਹੈ, ਇੱਕ ਮੀਟਿੰਗ ਕੀਤੀ ਹੈ, ਹਾਈ ਲੈਵਲ ਮੀਟਿੰਗ ਕੀਤੀ ਗਈ ਹੈ ਪ੍ਰਧਾਨ ਮੰਤਰੀ ਵੱਲੋਂ। ਉਹਦੇ ਬਾਰੇ ਤੁਸੀਂ ਥੋੜਾ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ ਜੀ। ਕੀ ਉਸ ਮੀਟਿੰਗ ਦੇ ਵਿੱਚ ਕੀ ਅਪਡੇਟਸ ਰਹੇ ਆ? ਇਹ ਮੀਟਿੰਗ ਜਿਹੜੀ ਪ੍ਰਧਾਨ ਮੰਤਰੀ ਵੱਲੋਂ ਆਲ ਪਾਰਟੀ ਮੀਟਿੰਗ ਬੁਲਾਈ ਗਈ ਸੀ ਜੀ, ਇਹਦੇ ਪਿੱਛੇ ਤਾਂ ਮੈਂ ਪਹਿਲਾਂ ਤਾਂ ਕਾਰਨ ਦੱਸਣਾ ਚਾਹੁੰਦਾ ਕੀ ਹੈ। ਜੀ ਜੀ। ਕਾਰਨ ਇਹ ਸੀ ਕਿ ਦੇਸ਼ ਦੀਆਂ ਸਾਰੀਆਂ ਹੀ ਆਪੋਜੀਸ਼ਨ ਪਾਰਟੀਆਂ, ਵੱਡੀਆਂ ਚਾਹੇ ਛੋਟੀਆਂ, ਭਾਵੇਂ ਕਿਸੇ ਦਾ 1 ਮੈਂਬਰ ਹੈ ਤੇ ਭਾਵੇਂ ਕਿਸੇ ਦੇ 40 ਮੈਂਬਰ ਹੈ, ਸਾਰਿਆਂ ਨੇ ਹੀ ਇਹ ਯੂਨੈਨਿਮਸਲੀ ਇੱਕ ਸੁਰਤਾ ਦੇ ਨਾਲ, ਇੱਕ ਮੁੱਠਤਾ ਦੇ ਨਾਲ ਸਾਂਝਾ ਫੈਸਲਾ ਲੈ ਲਿਆ ਕਿ ਅਸੀਂ ਸੰਸਦ ਦੇ ਵਿੱਚ ਸਰਕਾਰ ਨੂੰ ਘੇਰਾਂਗੇ। ਠੀਕ ਹੈ ਜੀ, ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਾਂਗੇ, ਆਵਾਜ਼ ਬੁਲੰਦ ਕਰਾਂਗੇ। ਇਸ ਗੱਲ ਤੋਂ ਸਰਕਾਰ ਘਬਰਾਈ ਹੋਈ ਸੀ ਔਰ ਉਹ ਚਾਹੁੰਦੇ ਸੀਗੇ ਕਿ ਸੰਸਦ ਦੇ ਵਿੱਚ ਜਿਹੜਾ ਬਜਟ ਸੈਸ਼ਨ ਹੈ ਉਹ ਸੁੱਖ ਸਵੱਲੀ ਹੋ ਜਾਵੇ। ਉਸ ਕਰਕੇ ਵੀ ਤੇ ਉਂਝ ਵੀ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਲੋਕਾਂ ਨੇ ਵੀ, ਮੈਂਬਰ ਪਾਰਲੀਮੈਂਟ ਜਿਹੜੇ ਹੈਗੇ, ਇਹਨਾਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਉੱਥੇ ਹੱਲਾ ਕਰਨਾ, ਹੱਲਾ ਗੁੱਲਾ ਕਰਨਾ, ਤੇ ਫਿਰ ਜੇ ਕਾਰਵਾਈ ਨਹੀਂ ਚੱਲਣ ਦੇਣਗੇ ਇਹਦੇ ਨਾਲੋਂ ਬਿਹਤਰ ਹੈ ਇਹਨਾਂ ਦੀ ਗੱਲ ਪਹਿਲਾਂ ਸੁਣ ਲਈ ਜਾਵੇ। ਔਰ ਉਹ ਗੱਲ ਸੁਣਨ ਦੇ ਵਾਸਤੇ ਪ੍ਰਧਾਨ ਮੰਤਰੀ ਨੇ ਮੀਟਿੰਗ ਬੁਲਾਈ। ਉਸ ਮੀਟਿੰਗ ਵਿੱਚ ਲਗਭਗ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਸੀਗੇ ਉਹ ਹਾਜ਼ਰ ਹੋਏ। ਉਹਨਾਂ ਵਿੱਚੋਂ ਬਹੁਤਿਆਂ ਨੇ ਜਿਹੜਾ ਇਹ ਸਵਾਲ ਕੀਤਾ ਪ੍ਰਧਾਨ ਮੰਤਰੀ ਨੂੰ ਕਿ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ, ਤੁਸੀਂ ਇਹਦੇ ਬਾਰੇ ਕੀ ਕਰ ਰਹੇ ਹੋ। ਸ਼ਾਇਦ ਇਹ ਪਹਿਲੀ ਵਾਰੀ ਹੋਇਆ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਕਿ ਪ੍ਰਧਾਨ ਮੰਤਰੀ ਨੂੰ ਆਪ ਕਹਿਣਾ ਪਿਆ ਕਿ ਮੈਂ ਤਾਂ ਇੱਕ ਫੋਨ ਕਾਲ ਤੇ ਦੂਰੀ ਤੇ ਤੁਹਾਡੇ ਬੈਠਾ ਹੈਗਾ। ਸਾਡੇ ਖੇਤੀਬਾੜੀ ਮੰਤਰੀ ਨੇ ਇਸ ਅੰਦੋਲਨ ਦਾ ਜਿਹੜਾ ਸੀਗਾ ਮੁੱਦਾ ਉਹ ਪਿਛਲੀਆਂ 10-11 ਮੀਟਿੰਗਾਂ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਖੀਰ ਦੇ ਵਿੱਚ 11ਵੀਂ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਪ੍ਰਪੋਜ਼ਲ ਦਿੱਤੀ ਆ ਕਿ ਅਸੀਂ ਇਹ ਸਾਲ 1.5 ਸਾਲ ਵਾਸਤੇ ਗਾਂਹ ਪਿਛਾਂਹ ਕਰ ਦਿੰਦੇ ਆ ਤੇ ਤੁਸੀਂ ਇਹ ਧਰਨਾ ਆਪਦਾ ਚੁੱਕ ਲਓ, ਅੰਦੋਲਨ ਆਪਦਾ ਕੈਂਸਲ ਕਰ ਦਿਓ। ਇਹ ਗੱਲ ਨੂੰ ਰਿਪੀਟ ਪ੍ਰਧਾਨ ਮੰਤਰੀ ਨੇ ਕੀਤਾ ਪਰ ਅੱਜ ਤੱਕ ਨਹੀਂ ਸੀ ਕੀਤਾ। ਹੁਣ ਤੱਕ ਜਿੰਨੀ ਵਾਰੀ ਵੀ ਉਹ ਬੋਲਿਆ ਉਹ ਇਹੀ ਕਹਿੰਦੇ ਰਹੇ ਕਿ ਇਹ ਕਾਨੂੰਨ ਤਾਂ ਬਣਾਏ ਕਿਸਾਨਾਂ ਵਾਸਤੇ ਆ, ਇਹ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਚੌਗੁਣੀ ਕਰ ਦੇਣੀ ਆ, ਇਹਨਾਂ ਤਾਂ ਦੇਸ਼ ਦਾ ਜਿਹੜਾ ਭਲਾ ਹੀ ਬੜਾ ਹੋਣਾ, ਕਿਸਾਨੀ ਦੇ ਕਿੱਤੇ ਨਾਲ ਜੁੜੇ ਲੋਕਾਂ ਦਾ ਬਹੁਤ ਵੱਡਾ ਫਾਇਦਾ ਹੋਣਾ। ਇੱਥੋਂ ਤੱਕ ਸਰਕਾਰ ਨੇ ਪੂਰੀ ਬੇਸ਼ਰਮੀ ਨਾਲ ਆਪਦੀ ਗੱਲ ਰਾਸ਼ਟਰਪਤੀ ਦੇ ਮੂੰਹ ਵਿੱਚ ਪਾ ਕੇ ਉਹਦੇ ਕੋਲੋਂ ਵੀ ਘੁਆਤੀ ਇੱਕ ਦਿਨ ਪਹਿਲੇ, ਪਰ ਮਜਬੂਰ ਹੋ ਗਏ ਕਹਿਣ ਦੇ ਬਾਵਜੂਦ ਵੀ, ਰਾਸ਼ਟਰਪਤੀ ਦੇ ਕਹਿਣ ਦੇ ਬਾਵਜੂਦ ਵੀ ਮਜਬੂਰ ਹੋ ਗਏ ਕਿਉਂਕਿ ਹਾਲਾਤ ਜਿਹੜੇ ਸੀਗੇ ਦਿਨ ਬ ਦਿਨ ਵਿਗੜਦੇ ਜਾਂਦੇ ਔਰ ਸਰਕਾਰ ਦੇ ਅੰਦਰੋਂ ਤੇ ਸਰਕਾਰ ਦੇ ਬਾਹਰੋਂ ਪੂਰਾ ਪ੍ਰੈਸ਼ਰ ਸੀ। ਔਰ ਉਹ ਜਿਹੜੀ ਗੱਲ ਉਹਦੇ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਕਹੀ ਗਈ ਕਿ ਇੱਕ ਫੋਨ ਕਾਲ ਤੇ ਮੈਂ ਅਵੇਲੇਬਲ ਹਾਂ ਤੇ ਜਦੋਂ ਮਰਜ਼ੀ ਕਿਸਾਨ ਫੋਨ ਕਰ ਲੈਣ। ਜੇ ਪ੍ਰਧਾਨ ਮੰਤਰੀ ਸਮਝਦਾਰ ਹੋਵੇ, ਸਿਆਣਾ ਹੋਵੇ, ਆਗੂ ਦਾ ਸਿਆਣਾ ਹੋਣਾ ਬਹੁਤ ਜ਼ਰੂਰੀ ਹੈ, ਉਹ ਆਪ ਕਾਲ ਕਰ ਲਵੇ। ਉਹਦੇ ਕੋਲ ਨੰਬਰ ਹੈ ਨਹੀਂ ਕਿ ਉਹਨੇ, ਕਈ ਵਾਰ ਇਦਾਂ ਹੁੰਦਾ ਜੀ, ਕਿਸੇ ਬੰਦੇ ਨੂੰ ਪੁੱਛੀਏ ਨਾ ਮਿਲੇ ਦੇਰ ਬਾਅਦ, ਉਹਨੂੰ ਕਹਿੰਦੇ ਯਾਰ ਕਦੀ ਫੋਨ ਨਹੀਂ ਕਰਦੇ। ਉਹ ਅਸਲ 'ਚ ਮੈਂ ਜੀ ਫੋਨ ਨਵਾਂ ਲੈ ਲਿਆ ਸੀਗਾ ਤੇ ਉਹ ਪੁਰਾਣੇ ਨੰਬਰ ਹੀ ਵਿੱਚੋਂ ਡਿਲੀਟ ਹੋ ਗਏ। ਮੈਨੂੰ ਲੱਗਦਾ ਪ੍ਰਧਾਨ ਮੰਤਰੀ ਦੇ ਫੋਨ ਵਿੱਚੋਂ ਵੀ ਬਾਕੀ ਨੰਬਰ ਡਿਲੀਟ ਹੋਏ ਆ। ਤਾਂ ਹੀ ਉਹ ਕਹਿੰਦਾ ਕਿ ਮੈਨੂੰ ਫੋਨ ਤੁਸੀਂ ਕਰ ਲਓ ਵੀ ਭਾਈ, ਜੇ ਤੂੰ ਮਸਲਾ ਹੱਲ ਕਰਨਾ ਚਾਹੁੰਦਾ ਤੂੰ ਕਰ ਲਓ। ਬਿਲਕੁਲ ਠੀਕ ਹੈ ਜੀ। ਤੁਹਾਨੂੰ ਨਹੀਂ ਲੱਗਦਾ ਕਿ ਵੈਸੇ ਤਾਂ ਲੱਗ ਰਿਹਾ ਕਿ ਆਪੋਜੀਸ਼ਨ ਤਾਂ ਹੈ ਹੀ ਨਹੀਂ, ਉਹ ਮੈਜੋਰਿਟੀ ਉਹਨਾਂ ਦੀ ਉਨੀ ਤਾਕਤਵਰ ਨਹੀਂ ਹੈ, ਉਨੀ ਤਾਕਤਵਰ ਹੈ ਨਹੀਂ, ਪਰ ਫਿਰ ਵੀ ਅੱਜ ਭਗਵੰਤ ਮਾਨ ਨੇ ਕੁਝ ਵਧੀਆ ਸੁਰ ਉਹਨਾਂ ਨੇ ਅਲਾਪਦਿਆਂ ਉਹ ਕਾਫੀ ਸਵਾਲ ਜਵਾਬ ਪ੍ਰਧਾਨ ਮੰਤਰੀ ਨੂੰ ਕੀਤੇ ਆ। ਉਹਦੇ ਬਾਰੇ ਤੁਹਾਡਾ ਕੀ ਵਿਚਾਰ? ਉਹੀ ਗੱਲ ਜਿਹੜੀ ਆਪਾਂ ਹੁਣੇ ਡਿਸਕਸ ਕਰ ਰਹੇ ਹਾਂ, ਪ੍ਰਧਾਨ ਮੰਤਰੀ ਨੂੰ ਉਹਨੇ ਬੜੇ ਵਧੀਆ ਤਰੀਕੇ ਦੇ ਨਾਲ, ਇਹ ਨਹੀਂ ਵੀ ਉਹਦੇ ਗਲ ਪਿਆ ਔਖਾ ਬੋਲਿਆ ਜਿੱਦਾਂ ਭਗਵੰਤ ਮਾਨ ਆਮ ਹੀ ਵੈਸੇ ਔਖਾ ਬੋਲਦਾ ਹੁੰਦਾ। ਉਹ ਚਾਹੇ ਪੱਤਰਕਾਰਾਂ ਦੇ ਸਾਹਮਣੇ ਹੋਵੇ, ਚਾਹੇ ਉਹ ਲੋਕਾਂ ਦੇ, ਆਮ ਲੋਕਾਂ ਦੇ ਸਾਹਮਣੇ ਹੋਵੇ, ਉਹ ਗਲਾ ਫਲਾ ਕੇ ਗੱਲ ਕਰਦਾ ਹੁੰਦਾ। ਉਹਦੀ ਗੱਲ ਕਈ ਵਾਰੀ ਚੰਗੀ ਹੋਣ ਦੇ ਬਾਵਜੂਦ ਅਸਰ ਨਹੀਂ ਪਾਉਂਦੀ, ਪਰ ਇਹ ਗੱਲ ਉਹਨੇ ਪ੍ਰਧਾਨ ਮੰਤਰੀ ਨੂੰ ਜਿਹੜੀ ਕੀਤੀ ਆ ਉਹ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪੇਸ਼ ਕੀਤੀ। ਉਹਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਜੀ, ਤੁਸੀਂ ਜੇ ਕਿਸਾਨਾਂ ਨੂੰ ਤੋਹਫਾ ਹੀ ਦੇ ਦਿਓ, ਹਾਂਜੀ, ਤੁਸੀਂ ਉਹਨਾਂ ਨੂੰ ਇਹ ਕਾਨੂੰਨ ਵਾਪਸ ਲੈ ਲਓ, ਠੀਕ ਹੈ ਜੀ, ਤੇ ਕਿਸਾਨ ਜਿਹੜੇ ਆ ਉਹ ਖੁਸ਼ੀ ਆਪਦੇ ਘਰਾਂ ਨੂੰ ਚਲੇ ਜਾਣ। ਇਸ ਤਰੀਕੇ ਦੀ ਉਹਨੇ ਮਤਲਬ ਵਡਿਆਈ ਜੀ ਵੀ ਕੀਤੀ ਆ
ਤੇ ਕਿਸਾਨੀ ਬਾਰੇ ਕਿਹਾ, ਉਹਨੇ ਇਹ ਵੀ ਕਿਹਾ ਨਾਲ, ਜਿਹੜਾ ਮੈਂ ਸਮਝਦਾ ਕਿ ਉਹਨੇ ਵਾਜਬ ਕਹਿਤਾ ਔਰ ਮੌਕਾ ਸੰਭਾਲ ਲਿਆ। ਉਹਨੇ ਕਹਿਤਾ ਜੀ 26 ਤਰੀਕ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਲਾਲ ਕਿਲੇ ਤੇ, ਇਹ ਬੇਹੱਦ ਦੁਖਦਾਇਕ ਹੈ। ਮੈਨੂੰ ਵੀ ਇਹਨਾਂ ਘਟਨਾਵਾਂ ਨੇ ਪਰੇਸ਼ਾਨ ਕੀਤਾ ਤੇ ਇਹ ਨਹੀਂ ਸੀ ਹੋਣੀਆਂ ਚਾਹੀਦੀਆਂ। ਠੀਕ ਹੈ ਜੀ। ਇਹ ਇਦਾਂ ਦੀਆਂ ਗੱਲਾਂ ਕਰਕੇ ਉਹਨੇ ਪ੍ਰਧਾਨ ਮੰਤਰੀ ਨੂੰ ਪਲੋਸਣ ਦੀ ਕੋਸ਼ਿਸ਼ ਕੀਤੀ, ਕਾਮਯਾਬ ਪਲੋਸ। ਠੀਕ ਹੈ ਜੀ। ਉਹਦੇ ਜਵਾਬ ਵਿੱਚ ਹੀ ਪ੍ਰਧਾਨ ਮੰਤਰੀ ਨੇ ਉਹ ਗੱਲਾਂ ਕਹੀਆਂ ਜਿਹੜੀਆਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ। ਹੁਣ ਲੱਗਦਾ ਇਸ ਮੀਟਿੰਗ ਦੇ ਆਪਾਂ ਮੈਨੇ ਕੀ ਮੰਨ ਸਕਦੇ ਹਾਂ ਕਿ ਇਹ ਮੀਟਿੰਗ ਕਰਨ ਦਾ ਕਾਰਨ ਹੀ ਇਹ ਸੀ, ਸਿਰਫ ਇਸ ਅੰਦੋਲਨ ਨੂੰ ਹੀ ਦੇਖ ਰਹੇ ਆ ਉਹ ਮੀਟਿੰਗ ਦੇ ਵਿੱਚ, ਜਾਂ ਕੋਈ ਆਉਣ ਵਾਲੀ ਜਿਹੜੀ ਅਗਲੇ ਕੁਝ ਦਿਨਾਂ ਦੀ ਨੀਤੀ ਆ ਸਰਕਾਰ ਦੀ ਕੋਈ ਬੈਕਫੁੱਟ ਵਾਲੀ ਲੱਗਦੀ ਆ ਵੀ ਸ਼ਾਇਦ ਕੋਈ ਨਵਾਂ। ਦੇਖੋ, ਮੀਟਿੰਗ ਦਾ ਮੁੱਦਾ ਜਿਹੜਾ ਸੀ ਉਹ ਕਿਸਾਨੀ ਅੰਦੋਲਨ ਨਹੀਂ ਸੀ ਜੀ, ਉਹ ਬਜਟ ਨਾਲ ਸੰਬੰਧਿਤ ਗੱਲ ਸੀਗੀ। ਬਜਟ ਨਾਲ ਸੰਬੰਧਿਤ ਗੱਲ ਹੋਣ ਕਰਕੇ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਸੀਗਾ ਕਿ ਅਸੀਂ ਬਜਟ ਇਦਾਂ ਦਾ ਬਣਾਉਣ ਲੱਗੇ ਆ, ਤੁਸੀਂ ਕੋਈ ਰਾਏ ਦੇਣੀ ਚਾਹੁੰਦੇ ਹੋ ਜਾਂ ਕਿਦਾਂ। ਉਹ ਸਾਰਾ ਕੁਝ ਬਣਿਆ ਬਣਾਇਆ ਤਾਂ ਪਹਿਲੇ ਹੁੰਦਾ, ਉਹ ਤਾਂ ਪੇਸ਼ ਹੀ ਕਰ ਦੇਣਾ ਪਹਿਲੀ ਤਰੀਕ ਨੂੰ, ਪਰਸੋਂ ਨੂੰ ਪੇਸ਼ ਕਰ ਦੇਣਾ ਉਹਨਾਂ ਨੇ। ਸੋ ਉਹ ਗੱਲ ਬਜਟ ਵਾਲੀ ਸੀਗੀ। ਪਰ ਭਗਵੰਤ ਮਾਨ ਨੇ ਚੰਗਾ ਕੀਤਾ। ਇਹ ਤੋਂ ਪਹਿਲਾਂ ਕਾਂਗਰਸ ਦੇ ਜਿਹੜੇ ਆਗੂ ਸੀ ਉਹ ਵੀ, ਜਿਹੜੇ ਗੁਲਾਮ ਨਬੀ ਆਜ਼ਾਦ ਆ, ਉਹਨਾਂ ਨੇ ਵੀ ਇਹ ਮੁੱਦਾ ਉਠਾਇਆ ਤੇ ਇੱਕ ਦੋ ਹੋਰਾਂ ਨੇ ਵੀ ਦੱਬੀ ਸੁਰ ਨਾਲ ਗੱਲ ਕੀਤੀ ਹੈਗੀ ਆ। ਜਿੱਥੋਂ ਤੱਕ ਮੈਨੂੰ ਲੱਗਦਾ ਪਿਆ ਇਹ ਬਜਟ ਦਾ ਤਾਂ ਬਹਾਨਾ ਜੀ, ਅਸਲ ਵਿੱਚ ਜਿੱਦਾਂ ਮੈਂ ਦੱਸ ਕੇ ਹਟਿਆ ਕਿ ਸਰਕਾਰ ਦੇ ਅੰਦਰੋਂ ਤੇ ਬਾਹਰੋਂ ਪ੍ਰੈਸ਼ਰ ਬਹੁਤ ਜ਼ਿਆਦਾ। ਮੈਂ ਤੁਹਾਨੂੰ ਅੰਦਰੋਂ ਬਾਹਰੋਂ ਪ੍ਰੈਸ਼ਰ ਦੀ ਗੱਲ ਦੱਸਦਾ ਜੀ। ਮੈਂ ਇੱਕ ਵੀਡੀਓ ਥੋੜਾ ਚਿਰ ਪਹਿਲਾਂ ਵੇਖੀ ਸੀਗੀ, ਉਹਦੇ 'ਚ ਰਾਜਨਾਥ ਸਿੰਘ ਦੇ ਘਰ ਬਹੁਤ ਸਾਰੇ ਬੀਜੇਪੀ ਦੇ ਲੀਡਰ ਇਕੱਠੇ ਹੋਏ। ਉਹਨਾਂ ਨੇ ਮਿੰਨਤਾਂ ਕੀਤੀਆਂ, ਉਹਨਾਂ ਦੇ ਹੱਥ ਜੋੜ ਕੇ ਖੜੋ ਗਿਆ ਉਹਨਾਂ ਦੇ ਮੂਹਰੇ ਵੀ ਮਿਸਟਰ ਰਾਜਨਾਥ ਤੁਸੀਂ ਇਹ ਦਖਲ ਦੇਵੋ, ਵਿੱਚ ਸੀਨੀਅਰ ਹੈਗੇ ਆ, ਦਖਲ ਦੇਵੋ ਕਿ ਤੇ ਇਹ ਅੰਦੋਲਨ ਨੂੰ ਸਮਾਪਤ ਕਰੋ। ਕਿਸਾਨਾਂ ਦੇ ਨਾਲ 78% ਲੋਕ ਹੈ ਕੰਟਰੀ ਦੇ, ਜਿਹਦੇ ਇੰਨਾ ਵੱਡਾ ਉਹਨਾਂ ਨੂੰ ਹੁੰਗਾਰਾ ਮਿਲਿਆ ਹੋਇਆ, ਇਹਦਾ ਮਤਲਬ ਕਿਸਾਨਾਂ ਦੇ ਹੱਕ ਵਿੱਚ ਇਹ ਲੋਕ ਹੈਗੇ ਆ। ਤੁਸੀਂ ਉਹਨਾਂ ਦੀ ਗੱਲ ਨੂੰ ਕਿਉਂ ਨਹੀਂ ਮੰਨਦੇ, ਕਿਉਂ ਨਹੀਂ ਸਵੀਕਾਰਦੇ? ਜੇ ਤੁਸੀਂ ਇਦਾਂ ਹੀ ਅੜੀਅਰ ਰਵੱਈਆ ਪ੍ਰਧਾਨ ਮੰਤਰੀ ਨੇ ਰੱਖਿਆ ਤੇ ਤੁਸੀਂ ਨਾਲ ਉਹਦੀ ਸਪੋਰਟ ਕਰਦੇ ਗਏ ਤੇ ਕੱਲ ਨੂੰ ਸਾਡੇ ਲੋਕਾਂ ਦੇ ਘਰਾਂ ਵਿੱਚੋਂ ਨਿਕਲਣਾ ਔਖਾ ਹੋ ਜਾਊਗਾ ਤੇ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਔਖਾ ਹੋ ਜਾਊਗਾ। ਪਿਛਲੇ ਲੰਘੇ ਕੁਝ ਘੰਟਿਆਂ ਦੌਰਾਨ ਉੱਥੇ ਸਾਰੇ ਬਾਰਡਰਾਂ ਦੇ ਉੱਤੇ, ਚਾਹੇ ਉਹ ਆਪਾਂ ਟਿਕਰੀ ਬਾਰਡਰ ਲੈ ਲਈਏ, ਚਾਹੇ ਉਹ ਕੁੰਡਲੀ ਬਾਰਡਰ ਲੈ ਲਈਏ, ਚਾਹੇ ਸਿੰਘੂ ਬਾਰਡਰ ਲੈ ਲਈਏ, ਤਾਂ ਉੱਥੇ ਕੁਝ ਬੀਜੇਪੀ ਦੇ ਕਾਰਕੁਨਾਂ ਨੇ, ਇਹ ਸਾਰੀਆਂ ਖਬਰਾਂ ਹੁਣ ਪੁਸ਼ਟੀ ਵੀ ਹੋ ਚੁੱਕੀ ਆ ਕਿ ਉਹ ਬੀਜੇਪੀ ਦੇ ਹੀ ਕਾਰਕੁਨ ਸੀ, ਬੀਜੇਪੀ ਦੇ ਹੀ ਲੀਡਰ ਸੀ, ਬੀਜੇਪੀ ਦੇ ਹੀ ਗੁੰਡੇ ਸੀ। ਇਹ ਗੱਲਾਂ ਜਿਹੜੀਆਂ ਹੁਣ ਸਾਹਮਣੇ ਆ ਚੁੱਕੀਆਂ, ਕੀ ਤੁਸੀਂ ਇਸ ਚੀਜ਼ ਨੂੰ ਕਿੱਦਾਂ ਲੈਂਦੇ ਆ ਕਿ ਸਾਰੇ ਬਾਰਡਰਾਂ ਤੇ ਇੱਕੋ, ਉੱਥੇ ਵੀ ਦੰਗੇ ਕਰਾਏ ਗਏ, ਸਿੰਘੂ ਬਾਰਡਰ ਤੇ ਵੀ ਕਰਾਏ ਗਏ, ਕੁੰਡਲੀ ਤੇ ਵੀ ਕਰਾਏ ਗਏ? ਕੀ ਇਹ ਹੁਣ ਜਿਹੜਾ ਇਸ ਨੀਤੀ ਤੇ ਆ ਗਈ ਆ ਸਰਕਾਰ ਵੀ ਸ਼ਾਇਦ ਸਰਕਾਰ ਜਿਹੜੀ ਅੰਦੋਲਨਕਾਰੀਆਂ ਨੂੰ ਇਦਾਂ ਡਰਾ ਕੇ ਆਪਾਂ ਭਜਾ ਲਿਆ ਜਾਵੇ? ਦੇਖੋ, ਪਹਿਲੀ ਗੱਲ ਤਾਂ ਭਿੰਡਰ ਸਾਹਿਬ, ਇਹ ਦੰਗੇ ਨਹੀਂ, ਇਹ ਹਮਲੇ। ਹਾਂਜੀ, ਇਹ ਹਮਲੇ ਬੜੀ ਯੋਜਨਾਬੱਧ ਤਰੀਕੇ ਨਾਲ, ਬੜੀ ਸੋਚੀ ਸਮਝੀ ਸਾਜ਼ਿਸ਼ ਅਧੀਨ ਜਿਹੜੇ ਆ ਉਹ ਹਮਲੇ ਕੀਤੇ ਗਏ ਆ। ਔਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਉਹ ਕੁੰਡਲੀ ਬਾਰਡਰ ਤੇ ਵੀ ਹੋਏ, ਗਾਜੀਪੁਰ ਵੀ ਹੋਏ, ਟਿਕਰੀ ਤੇ ਵੀ ਹੋਏ, ਸਿੰਘੂ ਬਾਰਡਰ ਤੇ ਵੀ ਹੋਏ। ਨੁਕਸਾਨ ਜਿਹੜਾ ਵਾ ਉਹ ਸਿੰਘੂ ਬਾਰਡਰ ਤੇ ਜ਼ਿਆਦਾ ਹੋਇਆ। ਠੀਕ ਹੈ ਜੀ। ਔਰ ਇਹ ਗੱਲ ਸੱਚਾਈ ਹੈ ਕਿ ਪੁਲਿਸ ਦੀ ਰਹਿਨਮਾਈ ਹੇਠ ਹੋਏ, ਪੁਲਿਸ ਮੌਕੇ ਤੇ ਹਾਜ਼ਰ ਸੀ। ਉਂਝ ਅਸੀਂ ਗੱਲ ਕੱਲ ਵੀ ਇਹ ਕਰ ਚੁੱਕੇ ਹਾਂ, ਪਰ ਕਿਉਂਕਿ ਉੱਥੇ ਸਾਰੇ ਬਾਰਡਰਸ ਦੇ ਉੱਤੇ, ਚਾਹੇ ਉਹ ਹਰਿਆਣੇ ਦੇ ਬਾਰਡਰ ਲੱਗਦੇ ਪਏ ਆ, ਹਰਿਆਣਾ ਲੱਗਦਾ ਪਿਆ, ਤੇ ਚਾਹੇ ਲੱਗਦਾ ਪਿਆ ਯੂਪੀ, ਉਹਨਾਂ ਸਾਰੀਆਂ ਥਾਵਾਂ ਤੇ ਇੰਟਰਨੈਟ ਦੀਆਂ ਸੇਵਾਵਾਂ ਜਿਹੜੀਆਂ ਉਹ ਬੰਦ ਕਰਤਾ ਗਿਆ ਇੰਟਰਨੈਟ। ਜਦੋਂ ਹੁਣ ਕੋਈ ਪਿਕਚਰ ਬਣਾਉਂਦਾ, ਕੋਈ ਮੂਵੀ ਬਣਾਉਂਦਾ, ਤੁਹਾਡੇ ਵਰਗਾ ਪੱਤਰਕਾਰ ਉੱਥੇ ਮੂਵੀ ਬਣਾਉਂਦਾ ਔਰ ਆਪਦੇ ਚੈਨਲ ਨੂੰ ਲਾਈਵ ਹੁੰਦਾ, ਉਹ ਪੋਸੀਬਿਲਿਟੀਜ਼ ਹੁਣ ਹੈ ਨਹੀਂ ਸੀਗੀ। ਇਹ ਜਾਣਬੁੱਝ ਕੇ ਕੀਤਾ ਗਿਆ ਕਿ ਇੰਟਰਨੈਟ ਜੇ ਚੱਲਦਾ ਹੈਗਾ ਵਾ ਤੇ ਇਹ ਤਾਂ ਖਬਰ ਮਿੰਟਾਂ ਸਕਿੰਟਾਂ 'ਚ ਪੂਰੀ ਦੁਨੀਆ 'ਚ ਪਹੁੰਚ ਜਾਂਦੀ ਹੈ। ਹੁਣ ਤੁਸੀਂ ਦੇਖੋ, ਇਹ ਇੰਟਰਨੈਟ ਬੰਦ ਹੋਣ ਦਾ ਨੁਕਸਾਨ ਜਿਹੜਾ ਹੋਇਆ, ਉਹਦੀਆਂ ਇੱਕ ਤਾਂ ਜਿਹੜੀ ਸੰਘਰਸ਼ ਦੀਆਂ ਖਬਰਾਂ ਜਿਹੜੀਆਂ ਸੀਗੀਆਂ ਉਹ ਲੇਟ ਆਈਆਂ। ਕੱਲ ਕੁਝ ਖਬਰ ਆਈ ਸੀ, ਅੱਜ ਹੋਰ ਨਿਖਰ ਕੇ ਸਾਹਮਣੇ ਆਈਆਂ, ਡਿਟੇਲ ਆਈ ਸਾਹਮਣੇ। ਉਹਨਾਂ ਨੇ, ਪੱਤਰਕਾਰਾਂ ਨੇ ਉਹ ਵੀਡੀਓ ਵੀ ਜਿਹੜੀਆਂ ਸੀਗੀਆਂ ਉਹ ਦਿਖਾ ਦਿੱਤੀਆਂ, ਜਿਸ 'ਚ ਪੁਲਿਸ ਮੂਕ ਬਣ ਕੇ ਖੜੀ ਹੈ ਔਰ ਉਹ ਗੁੰਡੇ ਜਿਹੜੇ ਆ ਉਹ ਹਮਲਾ ਕਰਦੇ ਪਏ। ਦੂਜੇ ਪਾਸੇ ਪੁਲਿਸ ਦੇ ਹੱਥਾਂ ਦੇ ਵਿੱਚ ਵੀ ਇੱਟਾਂ ਵੱਟੇ ਫੜੇ ਦਿਖਾਏ ਗਏ ਆ। ਦੂਸਰੇ ਉਹਦੇ ਨਾਲ ਜ਼ਖਮੀ ਹੋਏ ਲੋਕ। ਔਰ ਇੱਕ ਬੜੀ ਖਤਰਨਾਕ ਜਿਹੜੀ ਗੱਲ ਮੈਂ ਦੇਖੀ ਹੈ, ਉਹ ਮੈਂ ਸ਼ੇਅਰ ਵੀ ਕਰਨਾ ਚਾਹੁੰਦਾ। ਸੋਸ਼ਲ ਮੀਡੀਆ ਤੇ ਗੱਲ ਬਹੁਤ ਵੱਡੇ ਪੱਧਰ ਤੇ ਘੁੰਮ ਰਹੀ ਹੈ, ਪਰ ਉਸ ਤਰੀਕੇ ਨਾਲ ਹਾਈਲਾਈਟ ਨਹੀਂ ਹੋ ਰਹੀ ਜਿੱਦਾਂ ਹੋਣੀ ਚਾਹੀਦੀ। ਕਿਹੜੀ ਗੱਲ? ਤੁਹਾਨੂੰ ਯਾਦ ਹੋਊਗਾ ਜੀ, ਅਮਰੀਕਾ ਦੇ ਵਿੱਚ ਇੱਕ ਸਿਆਹ
ਜਿਹੜਾ ਮੂਲ ਦਾ ਬੰਦਾ, ਸਿਆਹ ਦਾ ਮਤਲਬ ਅਫਰੀਕਨ, ਠੀਕ ਹੈ ਜੀ, ਅਫਰੀਕਨ ਨੂੰ ਇੱਕ ਜਿਹੜਾ ਪ੍ਰੋਟੈਸਟ ਕਰ ਰਹੇ ਸੀਗੇ, ਉਹਨੂੰ ਪੁਲਿਸ ਦੇ ਇੱਕ ਵੱਡੇ ਅਫਸਰ ਨੇ ਗੋਡਾ ਉਹਦੀ ਧੌਣ ਤੇ ਰੱਖ ਕੇ ਉਹਦਾ ਸਾਹ ਹੀ ਜਿਹੜਾ ਸੀ ਉਹ ਵਗਣਾ ਬੰਦ ਕਰਤਾ ਤੇ ਉਹ ਬੰਦਾ ਮੌਕੇ ਤੇ ਹੀ ਦਮ ਤੋੜ ਗਿਆ ਸੀ। ਇਹਦੇ ਖਿਲਾਫ ਪੂਰੇ ਅਮਰੀਕਾ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਜਿਹੜੇ ਸੀ ਅਫਰਾ ਤਫਰੀ ਮਚ ਗਈ। ਉਹ ਵੱਖਰੀ ਗੱਲ ਹੈ ਕਿ ਉੱਥੋਂ ਦਾ ਰਾਸ਼ਟਰਪਤੀ ਵੀ ਮੋਦੀ ਵਾਂਗੂ ਹੀ ਸੀਗਾ ਤੇ ਉਹਨੇ ਕੋਈ ਸ਼ਰਮ ਦਾ ਪੱਲਾ ਨਹੀਂ ਫੜਿਆ ਹੋਇਆ ਸੀ ਤੇ ਉਹਨੇ ਇਸ ਗੱਲ ਦਾ ਕੋਈ ਨਹੀਂ ਮੰਨਿਆ ਕਿ ਇਹ ਗੱਲ ਗਲਤ ਹੈਗੀ ਆ। ਪਰ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਤੇ ਉਹਨਾਂ ਸਿਆਹ ਮੂਲ ਦੇ ਲੋਕਾਂ ਦੇ ਅੱਗੇ ਸਿਰ ਨਵਾਇਆ ਆਪਦਾ। ਉੱਥੋਂ ਦੀ ਪੁਲਿਸ ਨੇ ਵੀ ਮਾਫੀ ਮੰਗੀ, ਉੱਥੋਂ ਦੀ ਫੌਜ ਨੇ ਵੀ ਮਾਫੀ ਮੰਗੀ, ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਵੀ ਮਾਫੀ ਮੰਗੀ। ਇੱਥੋਂ ਤੱਕ ਸਿਆਹ ਲੋਕਾਂ ਕੋਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਨੀਵੇਂ ਹੋ ਕੇ ਗੋਡਿਆਂ ਭਾਰ ਬਹਿ ਕੇ ਮਾਫੀ ਮੰਗੀ ਕਿ ਇਹ ਇਦਾਂ ਨਹੀਂ ਸੀ ਹੋਣਾ ਚਾਹੀਦਾ, ਇਹ ਅਣਮਨੁੱਖੀ ਕਾਰਾ। ਸੇਮ ਅਣਮਨੁੱਖੀ ਕਾਰਾ ਜਿਹੜਾ ਉਹ ਸਿੰਘੂ ਬਾਰਡਰ ਤੇ ਹੋਇਆ। ਉੱਥੇ ਇੱਕ ਮੁੰਡਾ ਸਰਦਾਰ, ਉਹਨੂੰ ਪਹਿਲਾਂ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ, ਉਹ ਜ਼ਖਮੀ ਹੋਇਆ ਹੈ ਪਰ ਸ਼ੇਰ ਵਾਂਗੂ ਦਹਾੜਦਾ ਰਿਹਾ। ਉਹਨੂੰ ਵੀ ਪੈਰ ਦੇ ਬੂਟ ਨਾਲ ਉਹਦਾ ਨੱਪਿਆ ਗਿਆ। ਇਹ ਬੜੀ ਜਿਹੜੀ ਅਣਮਨੁੱਖੀ ਗੱਲ ਹੈ। ਅਸੀਂ ਉਹਦੇ ਬਹੁਤ ਤਿੱਖੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਇਹਦੇ ਨਾਲ ਮੈਂ ਦੱਸਣੀ ਚਾਹੁੰਦਾ, ਹੁਣ ਇੰਟਰਨੈਟ ਦਾ ਜਿਹੜਾ ਇਹ ਬੰਦ ਹੋਣ ਦਾ ਜਿਹੜਾ ਕਾਰਨ ਸੀਗਾ, ਇਹ ਖਬਰ ਜਾਂ ਇਹ ਪਿਕਚਰ ਬਹੁਤ ਲੇਟ ਲੋਕਾਂ ਤੱਕ ਪਹੁੰਚੀ। ਇਹ ਲੇਟ ਹੋਣ ਦੇ ਨਾਲ ਇੱਕ ਹੋਰ ਗੱਲ ਕਿ ਰਾਜੇਵਾਲ ਸਾਹਿਬ, ਬਲਵੀਰ ਸਿੰਘ ਰਾਜੇਵਾਲ ਸਾਹਿਬ, ਉਹਨਾਂ ਨੂੰ ਸਪੈਸ਼ਲ ਚੰਡੀਗੜ੍ਹ ਜਾ ਕੇ ਪ੍ਰੈਸ ਕਾਨਫਰੰਸ ਕਰਨੀ ਪਈ, ਠੀਕ ਹੈ ਜੀ। ਉਹ ਕਿਉਂਕਿ ਅੱਗੇ ਤਾਂ ਹਰਿਆਣਾ ਦੇ ਬਾਰਡਰ ਤੇ ਸੀ, ਸਿੰਘੂ ਬਾਰਡਰ ਤੇ ਸੀ, ਜਾਂ ਕਿਤੇ ਕੁੰਡਲੀ ਗਏ, ਟਿਕਰੀ ਗਏ, ਹਾਂਜੀ ਗਾਜ਼ੀਪੁਰ ਗਏ, ਇਦਾਂ ਜਾਂਦੇ ਹੁੰਦੇ ਸੀਗੇ ਤੇ ਪ੍ਰੈਸ ਵਾਲੇ ਮਗਰ, ਠੀਕ ਹੈ ਜੀ। ਹੁਣ ਉਹਨਾਂ ਨੂੰ ਪ੍ਰੈਸ ਵਾਲੇ ਮਗਰ ਹੋਣਗੇ ਵੀ ਤੇ ਖਬਰ ਬਹੁਤ ਲੇਟ ਪਹੁੰਚਦੀ ਸੀ। ਉਹਨਾਂ ਸ਼ੂਟ ਵੱਟੀ ਚੰਡੀਗੜ੍ਹ ਨੂੰ, ਉੱਥੇ ਜਾ ਕੇ ਪੱਤਰਕਾਰਾਂ ਨੂੰ ਉਹਨਾਂ ਸੰਬੋਧਨ ਕੀਤਾ। ਸੰਬੋਧਨ ਵਿੱਚ ਉਹਨਾਂ ਨੇ ਕੀ ਕਿਹਾ, ਗੱਲ ਸਵਾਲ ਬਣਦਾ। ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਇਹ ਸਾਨੂੰ ਦੁਬਾਰਾ ਕਿਹਾ ਗਿਆ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਅਸੀਂ ਗੱਲਬਾਤ ਲਈ ਸੱਦਣਗੇ, ਅਸੀਂ ਜਾਵਾਂਗੇ ਜ਼ਰੂਰ। ਇੱਕ ਗੱਲ ਉਹਨਾਂ ਨੇ ਇਹ ਮੈਸੇਜ ਦਿੱਤਾ। ਦੂਜਾ ਮੈਸੇਜ ਉਹਨਾਂ ਨੇ ਦਿੱਤਾ ਕਿ ਮੈਂ ਖੁਦ ਚੱਲ ਕੇ ਆਇਆ ਇਹ ਕਹਿਣ ਦੇ ਲਈ ਕਿ ਤੁਸੀਂ ਘਬਰਾਓ ਨਾ, ਪੰਜਾਬ ਦੇ ਲੋਕੋ, ਹਰਿਆਣੇ ਦੇ ਲੋਕੋ, ਤੁਸੀਂ ਵੱਡੀ ਪੱਧਰ ਤੇ ਜਿੱਦਾਂ ਪਹਿਲਾਂ ਗਏ ਸੀ ਇਸ ਅੰਦੋਲਨ 'ਚ ਸ਼ਾਮਲ ਹੋਏ ਸੀ, ਉਸੇ ਤਰੀਕੇ ਨਾਲ ਸ਼ਾਮਲ ਹੋਵੋ। ਇਹ ਪਰ ਖਬਰਾਂ ਲੇਟ ਹੋ ਰਹੀਆਂ। ਲੇਟ ਹੋਣ ਦਾ ਕਾਰਨ ਜਿਹੜਾ ਉਹ ਇੰਟਰਨੈਟ ਬੰਦ ਕਰਨਾ। ਉਸੇ ਹਮਲਿਆਂ ਨੂੰ, ਜਿਹੜੇ ਕੱਲ ਹਮਲੇ ਕੀਤੇ ਗਏ ਆ, ਉਸੇ ਹਮਲਿਆਂ ਨੂੰ ਇੱਕ ਪੱਤਰਕਾਰ ਬੜੀ ਦਲੇਰੀ ਦੇ ਨਾਲ ਉਹਨੂੰ ਕਵਰ ਕਰ ਰਿਹਾ ਸੀਗਾ। ਇੱਕ ਫੇਸਬੁੱਕ ਤੇ ਲਾਈਵ ਵੀ ਹੋਇਆ। ਨਾਮ ਉਹਦਾ ਸੀਗਾ ਮਨਦੀਪ ਪੂਨੀਆ। ਉਹਨੇ ਲਾਈਵ ਸਾਰਾ ਦਿਖਾਇਆ, ਕਿਉਂਕਿ ਅਸਲੀਅਤ ਉਹਨੇ ਸਾਰੀ ਉੱਥੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿੱਦਾਂ ਪੁਲਿਸ ਆ, ਜਿਹੜੀ ਫੌਜ ਆ, ਜਿਹੜੀ ਉੱਥੇ ਲੱਗੀ ਹੋਈ ਆ, ਉਹ ਕੀ ਮੂਕ ਦਰਸ਼ਕ ਬਣੀ ਉਹ ਵੇਖਦੀ ਰਹੀ ਸੀ ਤੇ ਪੁਲਿਸ ਵਾਲਿਆਂ ਦੇ ਹੱਥਾਂ ਦੇ ਵਿੱਚ ਰੋੜੇ, ਸੋਟੀਆਂ, ਇੱਟਾਂ ਵੱਟੇ ਦੇਖੇ ਗਏ ਆ। ਉਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਉਸ ਤੋਂ ਨਾਲ ਹੀ ਉਸ ਤੋਂ ਬਾਅਦ ਜਿਹੜਾ ਸਰਕਾਰ ਨੇ ਉਸ ਨੂੰ ਚੱਕ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ। ਕਿ ਇਹ ਜਿਹੜੀ ਮੀਡੀਆ ਦੀ ਆਜ਼ਾਦੀ ਦੀ ਗੱਲ ਕਰ ਰਿਹਾ ਸੀ ਮੈਂ, ਕਿ ਕੋਈ ਆਜ਼ਾਦੀ ਨਹੀਂ ਮੀਡੀਆ ਨੂੰ, ਕਿ ਇਹ ਵੀ ਉਹ ਤੋਂ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਨੂੰ ਆਜ਼ਾਦੀ ਹੈਗੀ ਆ, ਜਿਹੜਾ ਉਹਨਾਂ ਦਾ ਆਪਦਾ ਖਰੀਦਿਆ ਹੈ ਮੀਡੀਆ, ਉਹ ਜੋ ਮਰਜ਼ੀ ਬੋਲੀ ਚੱਲੇ। ਉਹ ਉਹਨਾਂ ਨੇ ਉਹ ਸਾਰੇ ਨੈਗੇਟਿਵ ਪੱਖ ਦਿਖਾਉਣੇ ਹੁੰਦੇ ਆ। ਜਿਵੇਂ 26 ਦੀਆਂ ਘਟਨਾਵਾਂ ਬਾਰੇ ਗੱਲ ਹੈ, 26 ਦੀਆਂ ਘਟਨਾਵਾਂ ਬਾਰੇ ਉਹ ਉਹਨਾਂ ਦਾ ਮੀਡੀਆ ਚੀਕ ਕੇ ਗੱਲਾਂ ਕਰ ਰਿਹਾ ਸੀ। ਦੇਖੋ ਕਾਫਲਾ ਆਈਟੀਓ ਨੂੰ ਚਲਾ ਗਿਆ, ਆਈਟੀਓ ਵਿੱਚ ਇਹ ਹੋ ਗਿਆ, ਉਹ ਲਾਲ ਕਿਲੇ ਵੱਲ ਨੂੰ ਵੱਧ ਗਏ, ਲਾਲ ਕਿਲੇ ਦੀ ਫਸੀਲ ਤੇ ਜਾ ਚੜੇ, ਉਹ ਨਿਹੰਗ ਸਿੰਘਾਂ ਦੇ ਘੋੜੇ ਵੀ ਉੱਥੇ ਚਲੇ ਗਏ, ਹਾਂਜੀ ਉੱਥੇ ਹਜ਼ਾਰਾਂ ਦੀ ਗਿਣਤੀ ਲੋਕ ਇਕੱਠੇ ਹੋ ਗਏ। ਅਸੀਂ ਸਾਰਿਆਂ ਨੇ ਵੇਖਿਆ, ਪਰ ਉਹਨਾਂ ਨੇ ਉਹੀ ਚੀਜ਼ ਵਿਖਾਈ। ਉਹਨਾਂ ਨੇ ਇਹ ਕਿਉਂ ਨਹੀਂ ਵਿਖਾਇਆ ਕਿ ਵੱਖਰੇ ਬਾਰਡਰਸ ਤੋਂ ਕਿਸਾਨ ਬੜੇ ਵੈਲ ਡਿਸਪਲਿਨਡ ਵੇ ਨਾਲ ਪੁਲਿਸ ਵੱਲੋਂ ਨਿਰਧਾਰਿਤ ਕੀਤੇ ਗਏ ਜਿਹੜਾ ਰਸਤਾ ਸੀਗਾ ਉਹਦੇ ਤੇ ਗਏ। ਇਹ ਗੱਲ ਉਹਨਾਂ ਨੇ ਨਹੀਂ ਕਹੀ। ਪਰ ਜਿਹੜਾ ਮੀਡੀਆ ਹੁਣ ਤੱਕ ਪੋਜ਼ਿਟਿਵ ਵੇ ਦੇ ਨਾਲ ਇਹ ਸਾਰੀਆਂ ਖਬਰਾਂ ਦਿੰਦਾ ਸੀ, ਉਹ ਤਾਂ ਸਰਕਾਰ ਨੂੰ ਚੰਗਾ ਲੱਗਦਾ ਹੀ ਨਹੀਂ, ਉਹ ਤਾਂ ਪੁਲਿਸ ਨੂੰ ਚੰਗਾ ਲੱਗਦਾ ਹੀ ਨਹੀਂ, ਕਦੀ ਵੀ ਨਹੀਂ ਲੱਗਦਾ ਹੁੰਦਾ। ਇਹ ਅੱਜ ਨਵੀਂ ਗੱਲ ਨਹੀਂ ਹੋਈ, ਉਹ ਕਦੀ ਵੀ ਨਹੀਂ ਲੱਗਦਾ ਹੁੰਦਾ। ਔਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇਹ ਘਟਨਾ ਕੋਈ ਪਹਿਲੀ ਨਹੀਂ ਵਾਪਰੀ। ਬਹੁਤ ਸਾਰੀਆਂ ਘਟਨਾਵਾਂ ਇਹ ਤੋਂ ਪਹਿਲਾਂ ਵੀ ਵਾਪਰਦੀਆਂ ਰਹੀਆਂ, ਠੀਕ ਹੈ ਜੀ। ਔਰ ਇੱਕ ਬੜਾ ਵੱਡਾ ਪੱਤਰਕਾਰ ਸੀ ਛਤਰਪਤੀ, ਜਿਹੜਾ ਹਰਿਆਣੇ ਦੇ ਵਿੱਚ ਸਰਸੇ ਦੇ ਵਿੱਚ ਉਹਦਾ ਕਤਲ ਕੀਤਾ ਗਿਆ। ਕਿਹਨੇ ਕਰਵਾਇਆ ਆਪਾਂ ਉਹ ਮੁੱਦਾ ਨਹੀਂ ਛੋਣਾ ਚਾਹੁੰਦੇ, ਪਰ ਸਿਰਫ ਮੈਂ ਜਸਟ ਨਾਂ ਲਿਆ। ਇਸ ਤੋਂ ਇਲਾਵਾ ਹੋਰ ਵੀ ਪੱਤਰਕਾਰ ਬਹੁਤ ਹੈਗੇ ਜਿਹਨਾਂ ਨੂੰ ਸਰਕਾਰ ਦੀਆਂ ਜਿਹੜੀਆਂ ਇਹ ਕਾਰਵਾਈਆਂ ਦਾ ਸ਼ਿਕਾਰ ਹੋਣਾ ਪਿਆ। ਉਸ ਪੱਤਰਕਾਰ ਨੂੰ ਉੱਥੋਂ ਚੁੱਕ ਲਿਆ ਗਿਆ ਜੀ, ਤੇ ਹੁਣ ਤੱਕ ਉਹਦਾ ਕੋਈ ਸੁਰ ਪਤਾ ਨਹੀਂ ਲੱਗਦਾ ਪਿਆ ਕਿੱਥੇ ਆ, ਖੁਰਾ ਖੋਜ ਨਹੀਂ ਹੈਗਾ। ਵੈਸੇ ਇਹਦੇ ਨਾਲ ਮੈਂ ਐਡ ਕਰ ਦਿਆਂ
ਕਿ ਉਹਨੇ ਇੱਕ ਲਾਈਵ ਆਪਦੀ ਵੀਡੀਓ ਸ਼ੇਅਰ ਕੀਤੀ ਆ ਤੇ ਉਹਨੇ ਦੱਸਦਾ ਕਿ ਮੈਂ ਸਾਰੀ ਦੀ ਸਾਰੀ ਉਹਨੇ ਐਕਸਪਲੇਨ ਕਰਤੀ ਆ ਕਹਾਣੀ ਵੀ ਮੈਂ ਇੱਥੋਂ ਐਂ ਕਰ ਰਿਹਾ ਸੀ ਆਹ ਕਰਕੇ ਤੇ ਮੈਂ ਸੁਰੱਖਿਆ ਤਾਂ ਤੇ ਮੈਂ ਜਿੱਥੇ ਵੀ ਹੈਗਾ ਠੀਕ ਆ ਪਰ ਉਹਦੇ ਥੋੜੇ ਚਿਰ ਪਹਿਲਾਂ ਹੀ ਉਹਨੇ ਲਾਈਵ ਹੋ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਸਾਹਮਣੇ ਲਿਆਂਦਾ। ਪਰ ਗੱਲ ਆਪਾਂ ਉਹੀ ਕਰਦੇ ਆ ਕਿ ਜੇਕਰ ਮੀਡੀਆ ਸੱਚ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨੂੰ ਦਬਾ ਦਿੱਤਾ ਜਾਂਦਾ। ਬਿਲਕੁਲ ਦਬਾਉਂਦੇ ਹੈਗੇ ਜੀ, ਅਸੀਂ ਵੀ ਮੀਡੀਆ ਦੇ ਪਰਸਨ ਹੀ ਹਾਂ, ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਔਰ ਉਹਨਾਂ ਸਾਰੇ ਮੀਡੀਆ ਪਰਸਨ ਨੂੰ ਹੱਲਾਸ਼ੇਰੀ ਦਿੰਦੇ ਆ, ਸ਼ਾਬਾਸ਼ ਵੀ ਦਿੰਦੇ ਆ ਕਿ ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ ਜੀ, ਇਹ ਤੁਹਾਡਾ ਇੱਕ ਧਰਮ ਹੈ, ਮੀਡੀਆ ਦਾ ਧਰਮ ਹੁੰਦਾ ਇੱਕ, ਤੁਸੀਂ ਧਰਮ ਨਿਭਾ ਰਹੇ ਹੋ, ਤੁਹਾਡੀ ਸ਼ਲਾਘਾ ਕਰਨੀ ਬਣਦੀ ਹੈ। ਜਿੰਨੀਆਂ ਔਖੀਆਂ ਘੜੀਆਂ ਦੇ ਵਿੱਚ ਪੱਤਰਕਾਰ ਰਿਪੋਰਟਿੰਗ ਕਰਦੇ ਆ, ਸ਼ਾਇਦ ਇਹ ਫੌਜ ਜਿੱਦਾਂ ਜੰਗ ਦੇ ਵਿੱਚ ਫੌਜ ਦਾ ਰੋਲ ਹੁੰਦਾ, ਉਨਾ ਹੀ ਬਰਾਬਰ ਦਾ ਰੋਲ ਜਿਹੜਾ ਵਾ ਉਹ ਪੱਤਰਕਾਰਾਂ ਦਾ ਹੁੰਦਾ। ਸਹੀ ਖਬਰ ਦੇਣੀ ਜਿਹੜੀ ਪੱਤਰਕਾਰਾਂ ਦਾ ਧਰਮ। ਪੱਤਰਕਾਰਾਂ ਦੇ ਨਾਲ MP ਸਿੰਘ ਜੀ ਕਲਾਕਾਰਾਂ ਦਾ ਬਹੁਤ ਵੱਡਾ ਰੋਲ ਹੈ ਇਸ ਸਾਰੇ ਅੰਦੋਲਨ ਦੇ ਵਿੱਚ। ਚਾਹੇ ਆਪਾਂ ਪਿਛਲੀਆਂ ਗੱਲਾਂ ਜਿਹੜਾ ਪਿਛਲੇ 60-62 ਦਿਨਾਂ ਦੇਖ ਲਈਏ ਤਾਂ ਉੱਥੇ ਖਾੜੇ ਲੱਗ ਰਹੇ ਆ, ਉਹਨਾਂ ਵੱਲੋਂ ਸਪੀਚਾਂ ਬਹੁਤ ਦਿੱਤੀਆਂ ਜਾ ਰਹੀਆਂ ਇਸ ਅੰਦੋਲਨ ਨੂੰ ਅੱਗੇ ਵਧਣ ਦੇ ਲਈ। ਉਹਨਾਂ ਦੀ ਜਿਹੜੀ ਹੈਗੀ ਆ ਹੁਣ ਕੀ ਰੋਲ ਤੁਸੀਂ ਉਹਨੂੰ ਦੇਖ ਰਹੇ ਹੋ? ਦੇਖੋ ਜੀ, ਇਹਨਾਂ ਕਲਾਕਾਰਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ। ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕਦੀ ਕੋਈ ਇਹੋ ਜਿਹੇ ਗਾਣੇ ਨਹੀਂ ਸੁਣੇ ਜਿਹੜੇ ਨਸ਼ਿਆਂ ਨੂੰ ਪ੍ਰਮੋਟ ਕਰਦੇ ਹੋਣ, ਜਿਹੜੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਹੋਣ। ਮੈਂ ਨਸ਼ਿਆਂ ਦੇ ਗਾਣਿਆਂ ਦੇ ਸਖਤ ਖਿਲਾਫ ਹੁਣ ਤੱਕ ਰਿਹਾ। ਮੈਂ ਉਹਨਾਂ ਕਲਾਕਾਰਾਂ ਦੇ ਖਿਲਾਫ ਰੇਡੀਓ ਤੋਂ ਟੀਵੀ ਤੋਂ ਬੋਲਿਆ ਜਿਹੜੇ ਹਥਿਆਰਾਂ ਨੂੰ ਪ੍ਰਮੋਟ ਕਰਦੇ, ਨਸ਼ਿਆਂ ਨੂੰ ਪ੍ਰਮੋਟ ਕਰਦੇ। ਪਰ ਉਹ ਦੇਖੋ ਤੁਸੀਂ, ਉਹ ਕਲਾਕਾਰ ਜਿਹੜੇ ਆਪਣੇ ਆਪ ਨੂੰ ਮਤਲਬ ਪੰਜਾਬ ਦੇ ਪੁੱਤਰ ਕਹਾਉਂਦੇ ਸੀਗੇ ਤੇ ਔਰ ਨਸ਼ਿਆਂ ਦੀ ਹਥਿਆਰਾਂ ਦੀ ਗੱਲ ਕਰਦੇ ਸੀ, ਉਹਨਾਂ ਨੂੰ ਪ੍ਰਮੋਟ ਕਰਦੇ ਸੀ, ਉਹ ਅੰਦੋਲਨ ਦੇ ਵਿੱਚ ਕਿਤੇ ਦਿਸੇ ਵੀ ਨਹੀਂ। ਠੀਕ ਹੈ ਜੀ, ਜਿਹੜੇ ਦਿਸੇ ਉਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ। ਉਹਨਾਂ ਨੇ ਬਹੁਤ ਵਧੀਆ ਗੀਤ ਗਾਏ ਜਿਹੜੇ ਲੋਕਾਂ ਨੇ ਪਸੰਦ ਕੀਤੇ, ਲੋਕਾਂ 'ਚ ਜੋਸ਼ ਆਇਆ। ਹੁਣ ਜਦੋਂ ਇਹ ਘਟਨਾ ਵਾਪਰ ਗਈ 26 ਵਾਲੀ, ਉਦੋਂ ਬਾਅਦ ਖਲਬਲੀ ਜੀ ਮਚੀ, ਕੁਛ ਅੰਦੋਲਨ ਮੱਠਾ ਪੈਣ ਦੇ ਕਨਸੋਆਂ ਵੀ ਆਈਆਂ ਵੀ ਲੋਕ ਮੁੜ ਗਏ ਜੀ, ਇਦਾਂ ਹੋ ਗਈ ਉਦਾਂ ਹੋ ਗਈ, ਸਾਰਾ ਕੁਝ ਹੋਇਆ। ਪਰ ਕਲਾਕਾਰਾਂ ਨੇ ਫਿਰ ਉਸ ਮੈਦਾਨ ਵਿੱਚ ਆ ਕੇ ਮੋਰਚਾ ਸੰਭਾਲ ਲਿਆ ਔਰ ਉਹ ਕਮਾਲ ਦਾ ਰੋਲ ਅਦਾ ਕੀਤਾ, ਜਿਹਦਾ ਜ਼ਿਕਰ ਮੈਂ ਡਿਟੇਲ ਵਿੱਚ ਕਰਨਾ ਚਾਹੁੰਦਾ। ਇੱਕ ਤਾਂ ਜ਼ਿਕਰ ਹੈ ਜੀ ਬੱਬੂ ਮਾਨ ਬਾਰੇ। ਬੱਬੂ ਮਾਨ ਦਾ ਮੈਂ ਸ਼ੁਰੂ ਤੋਂ ਫੈਨ ਆ। ਮੈਂ ਉਹਦੀ ਫਿਲਮ ਹਵਾਏਂ ਵੀ ਦੇਖੀ ਸੀ, ਜਿਹਦੇ ਵਿੱਚ ਉਹਨੇ ਸਾਫ਼ ਸਪਸ਼ਟ ਤਰੀਕੇ ਦੇ ਨਾਲ ਇਹ ਨਿਸ਼ਾਨਦੇਹੀ ਕੀਤੀ ਸੀਗੀ ਕਿ ਪੰਜਾਬ ਦੇ ਵਿਗੜੇ ਹਾਲਾਤਾਂ ਵਾਸਤੇ ਕੌਣ ਜ਼ਿੰਮੇਵਾਰ। ਉਹਨੇ ਦੱਸਿਆ ਸੀ ਸਾਰੀ ਕੱਲੀ ਧਿਰ ਦਾ ਉਹਨੂੰ ਹਾਈਲਾਈਟ ਕੀਤਾ ਫਿਲਮ ਦੇ ਵਿੱਚ। ਉਂਝ ਵੀ ਉਹਦੇ ਇੱਕ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਫਿਲਮ ਆਈ ਤੋਂ 10 ਸਾਲ ਪਹਿਲਾਂ ਸੀ, ਬਣੀ ਸੀ। ਉਹਦੇ ਚੋਂ ਡਾਇਲਾਗ ਮੈਨੂੰ ਅਜੇ ਵੀ ਮੇਰੇ ਕੰਨਾਂ 'ਚ ਗੂੰਜਦੇ ਹੈਗੇ। ਬੱਬੂ ਮਾਨ ਨੇ ਹੁਣ ਖੁਦ ਟਰੈਕਟਰ ਚਲਾ ਕੇ ਦਿੱਲੀ ਵੱਲ ਨੂੰ ਚਾਲੇ ਪਾਏ ਆ, ਇੱਕ ਬਹੁਤ ਵੱਡੀ ਗੱਲ ਆ। ਉਸ ਤੋਂ ਬਾਅਦ ਦੇ ਵਿੱਚ ਉਤਸ਼ਾਹ ਭਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਜੀ। ਉਸ ਤੋਂ ਬਾਅਦ ਇੱਕ ਕਲਾਕਾਰ ਹੋਰ ਹੈ ਜੀ, ਕੰਵਰ ਗਰੇਵਾਲ। ਕੰਵਰ ਗਰੇਵਾਲ ਨੇ ਕਿਹਾ ਕਿ ਮੈਂ ਆਪਦੇ ਪਿੰਡ ਦੀ ਮਿੱਟੀ ਲੈ ਕੇ ਆਇਆ ਜੀ, ਜ਼ਮੀਨ ਦੀ ਮਿੱਟੀ, ਜ਼ਮੀਨ ਸਾਡੀ ਮਾਂ ਵਾ, ਮਿੱਟੀ ਸਾਡੀ ਮਾਂ ਵਾ, ਤੇ ਮੈਂ ਆਪਣੀ ਮਾਂ ਨੂੰ ਨਾਲ ਲੈ ਕੇ ਆਇਆ ਮੋਰਚੇ ਤੇ। ਉਹਨੇ ਵੰਗਾਰ ਕੇ ਕਿਹਾ ਕਿ ਤੁਸੀਂ ਇਹਨਾਂ ਲੋਕਾਂ ਦੇ ਮਗਰ ਐਵੇਂ ਨਾ ਲੱਗ ਜਾ ਕਰੋ, ਸੋਚਿਆ ਕਰੋ, ਸਮਝਿਆ ਕਰੋ। ਉਹਨੇ ਕੁਝ ਲਫ਼ਜ਼ ਇਦਾਂ ਦੇ ਵੀ ਵਰਤੇ ਜਿਹੜੇ ਮੈਂ ਇੱਥੇ ਨਹੀਂ ਵਰਤਣੇ ਚਾਹੁੰਦਾ, ਪਰ ਉਹ ਸ਼ਬਦ ਕਮਾਲ ਦੇ ਸੀ ਔਰ ਵਾਕਿਆ 'ਚ ਜੋੜਨ ਵਾਲੇ ਸੀ। ਇੱਕ ਗੱਲ ਇਹ ਬਹੁਤ ਵਧੀਆ ਹੋਈ ਹੈ ਕਿ ਕੰਵਰ ਗਰੇਵਾਲ ਦੇ ਉੱਥੇ ਆਉਣ ਦੇ ਨਾਲ ਨੌਜਵਾਨਾਂ ਵਿੱਚ ਬੜਾ ਉਤਸ਼ਾਹ ਭਰਿਆ। ਇੱਕ ਤੀਜੇ ਹੋਰ ਕਲਾਕਾਰ ਬਾਰੇ ਮੈਂ ਗੱਲ ਕਰਨੀ ਚਾਹੁੰਦਾ। ਉਹ ਗਾਜ਼ੀਪੁਰ ਬਾਰਡਰ ਤੇ ਜਦੋਂ ਰਕੇਸ਼ ਟਕੈਤ ਨੇ ਇੱਕ ਵੰਗਾਰ ਦਿੱਤੀ ਸੀ, ਇੱਕ ਸੁਨੇਹਾ ਦਿੱਤਾ ਸੀਗਾ ਕਿ ਮੈਂ ਤਾਂ ਆਪਦੇ ਪਿੰਡੋਂ ਪਾਣੀ ਮੰਗਾਊਂਗਾ ਹੁਣ, ਔਰ ਉਹ ਪਿੰਡਾਂ ਤੋਂ ਲੋਕੀ ਪਾਣੀ ਦੀਆਂ ਗਾਗਰਾਂ ਭਰ ਕੇ ਲਿਆਏ, ਉਹ ਰਕੇਸ਼ ਟਕੈਤ ਨੇ ਨਹੀਂ ਸੀ ਪੀਣੀਆਂ। ਉਹ ਇੱਕ ਸਿੰਬੋਲਿਕ ਗੱਲ ਸੀ। ਠੀਕ ਹੈ ਜੀ। ਔਰ ਉਸੇ ਦੌਰਾਨ ਹੀ ਉੱਥੇ ਰੁਪਿੰਦਰ ਹਾਂਡਾ ਨਾਂ ਦੀ ਇੱਕ ਗਾਇਕਾ, ਉਹਨੇ ਬਹੁਤ ਵਧੀਆ ਰੋਲ ਅਦਾ ਕੀਤਾ। ਉਹਨੇ ਇੱਕ ਗੱਲ ਕਹੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਉਹ ਸੀਗੀ ਕਿ ਉਹਨੇ ਪੈਰੀਂ ਹੱਥ ਲਾ ਕੇ ਉਹਨੇ ਕਿਹਾ ਕਿ ਮੇਰਾ ਬਾਪੂ ਹੈ, ਮੇਰਾ ਪਿਓ ਹੈ, ਸਾਰਿਆਂ ਦੇ ਪਿਓ ਆ, ਕਹਿੰਦੇ ਮੇਰਾ ਵੀ ਪਿਓ, ਤੁਹਾਡਾ ਬੱਚਿਆਂ ਦਾ। ਉਹਨੇ ਕਿਹਾ ਕਿ ਇਹ ਡੋਲਣਾ ਨਹੀਂ ਚਾਹੀਦਾ। ਇੱਕ ਗੱਲ ਉਹਨੇ ਹੋਰ ਕਹੀ, ਉਹ ਕਹਿੰਦੀ ਮੈਂ ਗਾਉਣੀ ਆ, ਸਿੰਗਰ ਆ, ਪਿਛਲੇ 15 ਸਾਲਾਂ 'ਚ ਮੈਂ ਰੱਜ ਕੇ ਕਮਾਇਆ, ਰੱਜ ਕੇ ਗਾਇਆ। ਮੈਂ ਅੱਜ ਵੀ ਗਾਉਣਾ ਤੇ ਕਿਸਾਨਾਂ ਦੇ ਹੱਕ 'ਚ ਗਾਉਣਾ। ਮੈਂ ਜਿਹੜੀ ਕਮਾਈ ਕੀਤੀ ਆ, ਮੈਂ ਉਹ ਬਹੁਤ ਸੋਹਣਾ ਬੰਗਲਾ ਬਣਾਇਆ, ਬਹੁਤ ਸੋਹਣਾ ਘਰ ਲਿਆ, ਮੇਰੇ ਕੋਲ ਪੈਸਾ ਧੇਲਾ ਵੀ ਚੰਗਾ, ਮੈਂ ਸਾਰਾ ਹੀ ਵੇਚਣ ਨੂੰ ਤਿਆਰ ਹਾਂ। ਮੈਂ ਇਸ ਅੰਦੋਲਨ ਨਾਲ ਬਹੁਤ ਵੱਡੀ ਗੱਲ ਹੈ ਜੀ, ਬਹੁਤ ਸ਼ਲਾਘਾ ਹੋ ਰਹੀ ਉਹਦੀ ਚਫੇਰਿਓਂ। ਹੋਣੀ ਚਾਹੀਦੀ ਹੈ ਜੀ। ਇਸੇ ਜਿਹੜੇ ਕਲਾਕਾਰ ਇਸ ਤਰੀਕੇ ਦੇ ਹੁੰਦੇ ਆ,
ਜਿਹੜਿਆਂ ਨੂੰ ਪਤਾ ਲੋਕਾਂ ਦਾ ਦਰਦ ਕੀ ਹੈ। ਮੈਂ ਦਰਦ ਦੀ ਗੱਲ ਕਰਦਾ ਜੀ, ਕਿਸੇ ਦਾ ਇਸ ਤਰੀਕੇ ਦਾ ਉਪਾਸ਼ਕ ਹੋਣਾ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ। ਉਹਨੇ ਜਿਸ ਤਰੀਕੇ ਦੀ ਸਪਿਰਿਟ ਜ਼ਰੂਰ ਫੋਕ ਦਿੱਤੀ ਜਾ ਕੇ ਗਾਜੀਪੁਰ ਬਾਰਡਰ ਤੇ, ਇਹ ਉਹਦਾ ਬੜਾ ਵੱਡਾ ਯੋਗਦਾਨ ਆ। ਉਹਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਆ ਔਰ ਬਾਕੀ ਕਲਾਕਾਰਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ। ਅਖੀਰ ਦੇ ਵਿੱਚ ਦਰਸ਼ਕਾਂ ਨੂੰ ਤੁਹਾਡਾ ਕੀ ਸੁਨੇਹਾ ਦੱਸੋ? ਮੈਂ ਦੇਖੋ ਜੀ, ਹਰ ਰੋਜ਼ ਹੀ ਅਸੀਂ ਇੱਕ ਤੋਂ ਵੱਧ ਪ੍ਰੋਗਰਾਮ ਕਰਦੇ ਹਾਂ, 2 ਵੀ ਕਰਦੇ ਹਾਂ, 3 ਵੀ ਕਰਦੇ ਹਾਂ, ਵੱਖਰੇ ਵੱਖਰੇ ਟੌਪਿਕਸ ਤੇ। ਔਰ ਖਾਸ ਕਰਕੇ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਅਸੀਂ ਗਰਾਊਂਡ ਜ਼ੀਰੋ ਤੋਂ ਭਿੰਡਰ ਸਾਹਿਬ ਦੇ ਨਾਲ ਬੈਠ ਕੇ ਪ੍ਰੋਗਰਾਮ ਕਰਦੇ ਹਾਂ, ਲਖਵਿੰਦਰ ਕੌਸ਼ਿਕ ਨਾਲ ਵੀ ਕਰਦੇ ਹਾਂ, ਇੱਕ ਨਿਊਜ਼ ਐਂਡ ਵਿਊਜ਼ ਪ੍ਰੋਗਰਾਮ ਅਸੀਂ ਡਾਕਟਰ ਸੁਰਜੀਤ ਭੱਟੀ ਦੇ ਨਾਲ ਕਰਦੇ ਹਾਂ। ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਸਾਡਾ ਮਕਸਦ ਹੁੰਦਾ ਕਿ ਸੱਚਾਈ ਸਾਹਮਣੇ ਲਿਆਂਦੀ ਜਾਵੇ ਕਿਸਾਨੀ ਅੰਦੋਲਨ ਦੀ, ਔਰ ਸੱਚਾਈ ਸਾਹਮਣੇ ਲਿਆ ਕੇ ਕਿਸਾਨਾਂ ਨੂੰ ਉਹਦੇ ਲਈ ਅਗਾਹ ਵੀ ਕੀਤਾ ਜਾਵੇ, ਦੱਸਿਆ ਵੀ ਜਾਵੇ ਕਿ ਤੁਸੀਂ ਕਿੱਥੇ ਠੀਕ ਹੋ, ਕਿੱਥੇ ਥੋੜੀ ਜਿਹੀ ਝੋਲ ਮਾਰਦੀ ਗੱਲ। ਔਰ ਤੁਹਾਨੂੰ ਅਸੀਂ ਚੌਕਸ ਵੀ ਕਰਦੇ, ਕਿਸਾਨਾਂ ਨੂੰ, ਆਮ ਲੋਕਾਂ ਨੂੰ ਵੀ ਚੌਕਸ ਕਰਦੇ ਹਾਂ ਕਿ ਸਰਕਾਰ ਦੀਆਂ ਕੀ ਚਾਲਾਂ ਹੋ ਸਕਦੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੀਆਂ ਘਟਨਾਵਾਂ ਵਾਪਰਨ ਦਾ ਖਤਰਾ ਹੈਗਾ। ਸਰਕਾਰ ਬੌਖਲਾਹਟ ਵਿੱਚ ਹੈ, ਸਰਕਾਰ ਹਿੱਲੀ ਵੀ ਹੋਈ ਹੈ। ਇਹ ਜਿੱਦਾਂ ਦੇ ਹਮਲੇ ਉਹਨਾਂ ਨੇ ਕੀਤੇ ਆ 3-4 ਬਾਰਡਰਾਂ ਤੇ, ਦੁਬਾਰਾ ਹੋਣ ਦੀ ਚਾਂਸਸ ਹੈਗੇ ਆ। ਇਹ ਟਲਣਗੇ ਨਹੀਂ, ਪਰ ਤੁਹਾਡਾ ਏਕਾ, ਤੁਹਾਡੀ ਚੌਕਸੀ ਇਹਨਾਂ ਦਾ ਮੂੰਹ ਤੋੜ ਦੇਣੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਸਾਡੇ ਦਰਸ਼ਕਾਂ ਨੂੰ ਨਵੀਆਂ ਜਾਣਕਾਰੀਆਂ ਦੇ ਨਾਲ ਤੁਸੀਂ ਰੂਬਰੂ ਕਰਾਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ। ਇਹ ਸਨ ਜੀ MP ਸਿੰਘ ਜੀ, ਤੇ ਤੁਸੀਂ ਦੇਖ ਰਹੇ ਸੀਗੇ ਵੌਇਸ ਆਫ ਇੰਡੀਆ, ਤੁਹਾਡੀ ਆਪਣੀ ਆਵਾਜ਼।